ਕਿ ਕੱਲੇ ਹਲਕੇ 'ਚ ਗਏ ਤੁਸੀਂ ਕੋਈ ਇਹਨਾਂ ਨੂੰ ਕੋਈ ਗੱਲ ਪੁੱਛਣੀ ਚਾਹੋ ਤਾਂ ਕਿ ਆਖੋ ਕਿ ਜੀ ਤੁਸੀਂ ਤਾਂ ਕੋਈ ਭੂਮੀ ਸਾਹਿਬ ਕਮੇਟੀ ਦੇ ਰਿਚਾਰਜ ਸੀ ਗਏ ਨਹੀਂ ਆਹ ਗੱਲ ਲੁਕੋ ਲਈ ਕੋਈ ਥਾਂ ਤੋਂ ਜੀ ਕਮੇਟੀ ਨੇ ਐਂ ਕਰਤਾ ਕੋਈ ਵੀ ਗੱਲ ਕਿਸੇ ਬਾਰੇ ਕੁਝ ਹੈਗਾ ਤੁਸੀਂ ਇਹਨੂੰ ਪੁੱਛ ਸਕਦੇ ਹੋ। ਆਹ ਸਾਰੇ ਸਾਥੀ ਬੈਠੇ ਆ ਕਿਉਂਕਿ ਦੇਖੋ ਦੁਨੀਆ 'ਚ ਕੀ ਹੈ ਕੋਈ ਨੈਗੇਟਿਵ ਗੱਲ ਹੈ ਉਹਨੂੰ ਬਹੁਤਾ ਪੇਸ਼ ਕੀਤਾ ਜਾਂਦਾ ਹੈ। ਪੋਜ਼ੀਟਿਵ ਗੱਲ ਕਰਨ ਵਾਸਤੇ ਮੈਨੂੰ ਯਾਦ ਤੁਹਾਨੂੰ ਕਹਾਂਗਾ ਪੁਰਾਣੀ ਗੱਲ ਇੱਕ ਸਾਡੇ ਕਾਮਰੇਡ ਮੈਂਬਰ ਹੁੰਦੇ ਸੀ ਬੜੇ ਪੁਰਾਣੇ ਜਦੋਂ 72 'ਚ ਅਸੀਂ ਪਹਿਲੀ ਵਾਰ MLA ਬਣਿਆ ਅਸੀਂ ਅਪੋਜੀਸ਼ਨ ਸੀ ਗਿਆਨੀ ਜੀ ਚੀਫ ਮਿਨਿਸਟਰ ਸੀ ਉਹ ਘੰਟਾ ਬੋਲਿਆ ਕਾਮਰੇਡ ਹੁਸ਼ਿਆਰਪੁਰ ਤੋਂ ਸੀ ਮੈਂ ਨਾ ਹੁਣ ਭੁੱਲ ਗਿਆ ਅਗਲੇ ਦਿਨ ਪ੍ਰੈਸ 'ਚ ਕੱਖ ਹੀ ਨਾ ਆਇਆ ਅਗਲੇ ਦਿਨ ਕਹਿੰਦੇ ਜੇ ਤਾਂ ਅਸੀਂ ਕਹਿ ਦਈਏ ਕਿ ਪਜਾਮੇ 'ਚ ਕਣਕ ਦੀ ਬੱਲੀ ਪੁੱਠੀ ਚੜ੍ਹ ਗਈ ਤਾਂ ਕਹਿੰਦੇ ਐਡੀ ਖਬਰ ਲੱਗ ਜਾਂਦੀ ਹੈ ਜੇ ਅਸੀਂ ਸਿੱਧੀ ਗੱਲ ਕਰੀਏ ਕਹਿੰਦੇ ਘੰਟਾ ਬੋਲੀ ਜਾਂ ਇੱਕ ਨਹੀਂ ਲੱਗਦੀ। ਇਸ ਕਰਕੇ ਕਈ ਵਾਰੀ ਨੈਗੇਟਿਵ ਗੱਲਾਂ ਪਾਰਟੀਆਂ ਦੇ ਉਲਟ ਬਹੁਤੀਆਂ ਚੱਲਦੀਆਂ ਜਿਹੜੀਆਂ ਕਿ ਪਾਰਟੀ ਦੀ ਕੁਰਬਾਨੀ ਜਾਂ ਆਪਾਂ ਕੋਈ ਨਹੀਂ ਦੇਖਦਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇੰਨੀ ਜ਼ਿੰਦਗੀ ਕਿੰਨੇ ਸੰਘਰਸ਼ ਕੀਤੇ ਨੇ। ਮੈਨੂੰ ਗੁਰੂ ਦੀ ਕਿਰਪਾ ਨਾਲ 72 ਤੋਂ ਨਾਲ ਮੌਕਾ ਮਿਲਿਆ ਮੈਨੂੰ ਪਤਾ ਕਿਵੇਂ ਮੌਤ ਦੇ ਮੂੰਹ 'ਚੋਂ ਕਿਸੇ ਲੜਾਈਆਂ ਲੜਦੇ ਰਹੇ ਅਤੇ ਕਿੱਡੇ ਫੈਸਲੇ ਸਖਤ ਲੈਂਦੇ ਰਹੇ ਜਿਨ੍ਹਾਂ ਫੈਸਲਿਆਂ ਦਾ ਜਿਸ ਵੇਲੇ ਐਮਰਜੈਂਸੀ ਲੱਗੀ ਹੈ ਸਾਰਾ ਹਿੰਦੁਸਤਾਨ ਫੜ ਲਿਆ ਸੀ ਅਕਾਲੀ ਲੀਡਰ ਨਹੀਂ ਸੀ ਫੜੇ। ਸਾਡੀ 7 ਬੰਦਿਆਂ ਦੀ ਮੀਟਿੰਗ ਹੋਈ ਜਿਨ੍ਹਾਂ 'ਚ ਪ੍ਰਕਾਸ਼ ਸਿੰਘ ਬਾਦਲ ਔਰ ਦਾਸ ਹੈ ਮੈਂ MLA ਸੀ ਸਭ ਤੋਂ ਛੋਟੀ ਉਮਰ ਦਾ ਵਿੱਚ ਸੀ ਉਸ 7 ਮੈਂਬਰੀ ਦੇ 'ਚ ਬਾਕੀ ਰੱਬ ਕੋਲੇ ਚਲੇ ਗਏ। 3 ਘੰਟੇ ਬਹਿਸ ਕਰਨ ਤੋਂ ਬਾਅਦ ਕਿ ਸਾਰਾ ਦੇਸ਼ ਫੜ ਲਿਆ ਆਪਾਂ ਨੂੰ ਫੜਿਆ ਨਹੀਂ ਆਪਾਂ ਕਿਉਂ ਪੰਗਾ ਲੈਂਦੇ ਹਾਂ ਲੇਕਿਨ ਅਖੀਰ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਦੇਸ਼ ਦੀ ਦੁਆਰਾ ਗੁਲਾਮੀ ਹੈ ਨਹੀਂ ਕੌਮ ਵਕਤ 'ਚ ਪਾਉਣੀ ਨਾ ਪਾਓ ਮੈਂ ਚੀਫ ਮਿਨਿਸਟਰ ਹਾਂ ਮੈਂ ਵੱਡਾ ਸੇਵਾਦਾਰ ਮੈਨੂੰ ਇਕੱਲੇ ਨੂੰ ਇਜਾਜ਼ਤ ਦੇ ਦਿਓ ਤਾਂ ਕਿ ਕੌਮ ਦੀ ਮੈਂ ਹਾਜ਼ਰੀ ਪਾ ਦਿਆਂ। ਅਤੇ ਜਦੋਂ ਅਸੀਂ ਉਹ ਲੜਾਈ ਲੜੀ ਮੈਨੂੰ ਯਾਦ ਹੈ ਮੇਰੇ ਹੱਥ ਖੜੀ ਲੱਗੀ ਹੁੰਦੀ ਸੀ ਅਤੇ ਪੈਦਲ ਜਾਂਦੇ ਸੀ ਬਠਿੰਡੇ ਤੋਂ ਮਾਨਸਾ ਦੀ ਕੋਰਟ 'ਚ ਅਤੇ ਮਗਰਾਂ ਆਹ ਕੱਲ੍ਹ ਦੇ ਮੁੰਡੇ ਨੇ ਇਹ ਕਾਹਨੂੰ ਇਹ ਹੁਣ ਇਹਨੂੰ ਕੌਣ ਬਾਹਰ ਕੱਢੂਗਾ। ਜਾਇਦਾਦਾਂ ਜ਼ਬਤ ਟਰਾਂਸਪੋਰਟਾਂ ਜ਼ਬਤ ਬੜੀਆਂ ਲੰਬੀਆਂ ਲੜਾਈਆਂ ਲੜੀਆਂ ਆਹ ਵਿਰਾਸਤ-ਏ ਖਾਲਸਾ ਤੁਸੀਂ ਸਾਰੇ ਸਾਡੇ ਬੱਚੇ ਬੈਠੇ ਹੋ ਕੋਈ ਮੇਰੇ ਹਾਣੀ ਹੈ ਕੋਈ ਛੋਟੇ ਹੋ ਕੋਈ ਬੱਚੇ ਇਸ ਤਰ੍ਹਾਂ ਅੱਜ ਕੋਈ ਪੜ੍ਹਦਾ ਨਹੀਂ ਹਿਸਟਰੀ ਗੁਰਬਾਣੀ ਤੇ ਗੱਲਾਂ ਬੜੀ ਦੂਰ ਹੈ। ਵਿਰਾਸਤ-ਏ ਖਾਲਸਾ ਜਾਓ ਕਿਸੇ ਕੌਮ ਦੇ ਬੰਦੇ ਨੂੰ ਲੈ ਜਾਓ ਛੱਡ ਕੇ ਆਪਾਂ ਨੂੰ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਜਾ ਕੇ ਘੰਟਾ ਦੇਖ ਲਏ ਉਹਨੂੰ ਦੇਖਣ ਤੋਂ ਬਾਅਦ ਸਾਰੀ ਸਿੱਖ ਹਿਸਟਰੀ ਜਦੋਂ ਤੋਂ ਪੈਦਾ ਹੋਇਆ ਧਰਮ ਤੇ ਅੱਜ ਤੱਕ ਸਾਰੀ ਹਿਸਟਰੀ ਹੈ ਕਿਸੇ ਧਰਮ ਕੋਲ ਐਡਾ ਵੱਡਾ ਖਜ਼ਾਨਾ ਕਿਹਨੇ ਬਣਾਇਆ ਪ੍ਰਕਾਸ਼ ਸਿੰਘ ਬਾਦਲ ਨੇ। ਆਜ਼ਾਦੀ ਘੁਲਾਟੀਆਂ ਦਾ ਲਾ ਲਓ ਹੋਰ ਧਰਮਾਂ ਦੇ ਲਾ ਲਓ ਕਿੰਨਾ ਕੀਤਾ ਅੰਮ੍ਰਿਤ ਸਾਹਿਬ ਦੇ ਸੋ ਚੰਗੇ ਕੰਮ ਸਾਰੇ ਭੁੱਲ ਜਾਂਦੇ ਆ ਜਿੰਨੀਆਂ ਕਿ ਪੰਜਾਬ ਦੇ ਭਲੇ ਵਾਸਤੇ ਗੱਲਾਂ ਕੀਤੀਆਂ ਭੁੱਲ ਜਾਂਦੇ ਆ। ਇੱਕ ਗੱਲ ਕਿਤੇ ਨਿੱਕੀ ਜਿਹੀ ਨੈਗੇਟਿਵ ਹੋ ਜਾਏ ਸਾਰੀਆਂ ਉਧਰ ਲੱਗ ਜਾਂਦੀਆਂ ਇਸ ਕਰਕੇ ਇਹਨਾਂ ਗੱਲਾਂ ਕਰਕੇ ਕਈ ਗੱਲਾਂ ਮਤਭੇਦ ਐਸੀਆਂ ਆ ਰਹੀਆਂ ਉਹ ਅੱਜ ਸਾਰੀਆਂ ਖਤਮ ਕਰਕੇ ਸਾਰੀਆਂ ਅਸੀਂ ਇਹ ਜਿਹੜੀ ਕਮੇਟੀ ਰਿਪੋਰਟ ਹੈ ਸੋਚ ਕੇ ਪਾਰਟੀ ਨੂੰ ਚੜ੍ਹਦੀ ਕਲਾ ਵਾਸਤੇ ਜੁਨੈਨੀ ਮਸਲੀ ਤਕੜੇ ਹੋ ਕੇ ਇਵੇਂ ਜ਼ਿਕਰ ਅੱਗੇ ਲੈ ਕੇ ਜਾਵਾਂਗੇ ਇਹ ਅੱਜ ਸਾਡੀ ਬੇਨਤੀ ਹੈ। ਹੁਣ ਤੁਹਾਡੇ ਵੱਲੋਂ ਕੋਈ ਗੱਲ ਤੁਸੀਂ ਕਹਿਣਾ ਲੋੜ ਹੀ ਨਹੀਂ ਕੀ ਸੀਗਾ ਰਿਪੋਰਟ ਲੋੜ ਹੀ ਨਹੀਂ ਜ਼ਿਕਰ ਕਰ ਸਕੋ ਕਿ ਕੀ ਫੀਡਬੈਕ ਲੋਕਾਂ ਤੋਂ ਮਿਲੀ ਸੀ। ਇੱਕ ਭੁੰਦਰ ਸਾਹਿਬ ਤੁਸੀਂ ਇੱਕ ਵਾਰ ਪ੍ਰਸ਼ਨ ਆ ਪਹਿਲਾਂ ਸਰ ਬਰੀਫ ਕਰ ਲਓ ਪਹਿਲਾਂ ਬਰੀਫ ਕਰ ਲਓ ਚਲੋ ਇਹਨਾਂ ਭੁੰਦਰ ਸਾਹਿਬ ਨੂੰ ਚਲੋ ਕਹਿ ਲਓ ਕੋਰ ਕਮੇਟੀ ਨੇ ਇੱਕ ਤੁਹਾਡੀ ਅਗਵਾਈ ਦੇ ਵਿੱਚ ਕਮੇਟੀ ਬਣਾਈ ਸੀ ਜਿਹਦੇ ਤੁਸੀਂ ਕਨਵੀਨਰ ਸੀ ਤੁਹਾਡੀ ਮੀਟਿੰਗ ਹੋਈ ਸੀ ਫਿਰ ਉਸ ਤੋਂ ਬਾਅਦ ਤੁਸੀਂ ਝੁੰਡਾ ਸਾਹਿਬ ਦੀ ਅਗਵਾਈ ਬਣੀ ਇੱਕ 13 ਮੈਂਬਰੀ ਜਿਹੜੀ ਇਹ ਕਮੇਟੀ ਬਣਾਤੀ ਉਸ ਕਮੇਟੀ ਨੇ ਆਪਣੀ ਰਿਪੋਰਟ ਜਿਹੜੀ ਆ ਉਹ ਤੁਹਾਨੂੰ ਦੇ ਦਿੱਤੀ। ਮੇਰਾ ਪਹਿਲਾ ਤਾਂ ਸਵਾਲ ਆ ਵੀ ਜੇ ਤੁਸੀਂ ਉਹ 13 ਮੈਂਬਰੀ ਕਮੇਟੀ ਬਣਾਈ ਸੀ ਤੇ ਕਮੇਟੀ ਨੇ ਰਿਪੋਰਟ ਤੁਹਾਨੂੰ ਸਬਮਿਟ ਕੀਤੀ ਹੈ ਕੀ ਤੁਸੀਂ ਉਸ ਰਿਪੋਰਟ ਦੇ ਉੱਤੇ ਆਪਣੀ ਕਮੇਟੀ ਦੀ ਕੋਈ ਮੀਟਿੰਗ ਸੱਦੀ ਸੀ ਜਾਂ ਕੋਈ ਆਪਣੀ ਕਮੇਟੀ ਵੱਲੋਂ ਸਿਫਾਰਿਸ਼ਾਂ ਕੀਤੀਆਂ ਨੇ ਕੋਰ ਕਮੇਟੀ ਨੂੰ ਇਹ ਬਣਦੀਆਂ ਸੀ। ਨੰਬਰ ਦੂਸਰਾ ਤੁਸੀਂ ਇੱਕ ਗੱਲ ਕੀਤੀ ਹੈ ਕਿ ਇਹ ਅਧਿਕਾਰ ਜਿਹੜੇ ਨੇ ਪ੍ਰਧਾਨ ਸਾਹਿਬ ਨੂੰ ਜਿਹੜੇ ਦੇ ਦਿੱਤੇ ਆ ਕੀ ਇਹ 13 ਮੈਂਬਰੀ ਜਿਹੜੀ ਕਮੇਟੀ ਹੈ ਉਹਨੇ ਸਿਫਾਰਿਸ਼ ਕੀਤੀ ਹੋਈ ਹੈ ਇਹ ਪ੍ਰਧਾਨ ਨੂੰ ਅਧਿਕਾਰ ਦਿੱਤੇ ਜਾਂ ਦੂਸਰਾ ਪ੍ਰਸ਼ਨ ਮੇਰਾ ਇਹ ਹੈ। ਪਹਿਲੇ ਪ੍ਰਸ਼ਨ ਦਾ ਇਹ ਹੈ ਤੁਸੀਂ ਸਵਾਲ ਕੀਤਾ ਠੀਕ ਹੈ 13 ਮੈਂਬਰੀ ਕਮੇਟੀ ਬਣੀ ਮੈਂ ਉਸ ਦਾ ਕਨਵੀਨਰ ਸੀ ਉਹ 13 ਮੈਂਬਰੀ ਕਮੇਟੀ 'ਚੋਂ ਜਿਹੜੀ ਅੱਜ ਦੀ ਸਾਡੀ ਕੋਰ ਕਮੇਟੀ ਸੀ 8 ਮੈਂਬਰ ਤਾਂ ਅਸੀਂ ਉਹ ਬੈਠੇ ਹਾਂ 3 ਮੈਂਬਰ ਕਿ 4 ਬਾਹਰ ਗਏ ਨੇ ਇੱਕ ਮੈਂ ਆ ਇਹੀ ਮੈਂਬਰਾਂ ਨੇ ਰਿਪੋਰਟ ਦੇਣੀ ਸੀ ਇਹੀ ਮੈਂਬਰ ਸੀ ਇਹੀ ਗਾਹਾਂ ਕੋਰ ਕਮੇਟੀ ਉਸ ਤੋਂ ਅੱਗੇ ਐਡੀਸ਼ਨ ਹੋ ਗਈ ਇਹ ਉਸ ਤੋਂ ਇੱਕ ਵੱਡੀ ਕਮੇਟੀ ਹੈ ਜਿਹਨੇ ਉਹ ਕਮੇਟੀ ਬਣਾਈ ਸੀ ਪ੍ਰਧਾਨ ਨੇ। ਇਸ ਕਰਕੇ ਅਸੀਂ ਸਾਰੀ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਇਹ ਫੈਸਲਾ ਲਿਆ ਹੈ ਕਿ ਬਜਾਏ ਆਪਾਂ ਅੱਜ ਕੱਲ੍ਹ ਪਰਸੋਂ ਚੌਥੇ ਆਪਾਂ ਲੱਗੇ ਰਹਾਂਗੇ ਜਦੋਂ ਸਾਰੇ ਮੈਂਬਰ ਹੀ ਅਸੀਂ ਆ ਅਤੇ ਇੰਨੇ ਘੰਟੇ 5 ਘੰਟੇ ਤੁਸੀਂ ਦੇਖਿਆ ਕਦੇ 2 ਘੰਟੇ 3 ਘੰਟੇ ਹੁੰਦੀ ਸੀ ਮੀਟਿੰਗ ਅੱਜ 5 ਘੰਟੇ ਕਿਉਂ ਹੋਈ
ਇਸੇ ਕਰਕੇ ਕੱਲੀ ਗੱਲ ਤੇ ਅੱਖਰ ਤੇ ਵਿਚਾਰ ਹੋਇਆ। ਅੱਖਰ ਤੇ ਵਿਚਾਰ ਕਰਨ ਤੋਂ ਬਾਅਦ ਇਹ ਅਸੀਂ ਇਖਤਿਆਰ ਦਿੱਤੇ ਇੰਪਲੀਮੈਂਟ ਕਰਨ ਵਾਸਤੇ। ਇਹ ਸਾਰਾ ਸਾਹਿਬ ਤੁਸੀਂ ਬੜਾ ਬਰੀਕ ਪਰਮ ਸਤਿਕਾਰਯੋਗ ਸਾਰੀ ਪ੍ਰੈਸ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਇੱਕ ਬਹੁਤ ਅਹਿਮ ਮੁੱਦੇ ਤੇ ਆਪਾਂ ਇਕੱਤਰ ਹੋਏ ਹਾਂ। ਸ਼੍ਰੋਮਣੀ ਅਕਾਲੀ ਦਲ ਨੇ 2022 ਦੀਆਂ ਚੋਣਾਂ ਤੋਂ ਬਾਅਦ ਕੀ ਕਾਰਨ ਰਹੇ ਕਿ ਨਤੀਜੇ ਇੰਨੇ ਮਾੜੇ ਆਏ, ਉਹਦੇ ਸੰਬੰਧ ਵਿੱਚ ਪਹਿਲਾਂ ਇੱਕ ਕਮੇਟੀ ਬਣਾਈ, ਫਿਰ ਇੱਕ ਕਮੇਟੀ ਸਾਡੀ ਅਗਵਾਈ ਵਿੱਚ 13 ਮੈਂਬਰੀ ਕਮੇਟੀ ਬਣੀ ਔਰ ਅਸੀਂ ਤਕਰੀਬਨ ਪੰਜਾਬ ਦੇ 100 ਹਲਕਿਆਂ ਤੋਂ ਵੱਧ ਹਲਕਿਆਂ 'ਚ ਜਾ ਕੇ ਵਰਕਰਾਂ ਤੋਂ ਫੀਡਬੈਕ, ਸਿੱਖ ਸੰਗਤ ਤੋਂ, ਪੰਜਾਬ ਦੇ ਲੋਕਾਂ ਤੋਂ ਫੀਡਬੈਕ ਲੈ ਕੇ ਉਹਦੇ ਕਾਰਨਾਂ ਦੀ ਜਾਂਚ ਕਰਨ ਲਈ ਬੜੀ ਨੇਕੀ, ਇਮਾਨਦਾਰੀ ਔਰ ਪਾਰਟੀ ਨੂੰ ਸਮਰਪਿਤ ਹੋ ਕੇ ਉਹ ਰਿਪੋਰਟ ਹੈ ਜਿਹੜੀ ਉਹ ਤਿਆਰ ਕੀਤੀ ਔਰ ਉਹ ਜੋ ਤੱਥ ਉਹਦੇ 'ਚੋਂ ਸਾਹਮਣੇ ਆਏ ਉਹ ਸਾਰੇ ਅਸੀਂ ਬਿਨਾਂ ਕਿਸੇ ਪੱਖਪਾਤ ਤੋਂ, ਬਿਨਾਂ ਕਿਸੇ ਨਾਲ ਲਿਹਾਜ਼ ਰੱਖੇ ਤੋਂ ਪੂਰਨ ਰੂਪ ਵਿੱਚ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਪ੍ਰਗਟ ਕੀਤੇ ਔਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹ ਰਿਪੋਰਟ ਹੈ ਜਿਹੜੀ ਉਹ 13 ਮੈਂਬਰੀ ਕਮੇਟੀ ਦੀ ਰਿਪੋਰਟ ਨਹੀਂ ਹੈ। ਇਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀਆਂ ਭਾਵਨਾਵਾਂ ਨੇ ਜਿਹੜੀਆਂ ਅਸੀਂ ਰਿਪੋਰਟ 'ਚ ਪ੍ਰਗਟ ਕੀਤੀਆਂ ਨੇ। ਇਸ ਤੋਂ ਵੀ ਵੱਡੀ ਗੱਲ ਮੈਂ ਅੱਜ ਕੋਰ ਕਮੇਟੀ ਨੂੰ ਔਰ ਪ੍ਰਧਾਨ ਸਾਹਿਬ ਨੂੰ ਵਧਾਈ ਵੀ ਦਿੰਦਾ ਇਸ ਗੱਲ ਦੀ ਕਿ ਉਹਨਾਂ ਵਰਕਰਾਂ ਦੀਆਂ ਭਾਵਨਾਵਾਂ ਨੂੰ ਇਹਨਾਂ ਨੇ ਮੰਨਣ ਦੀ, ਉਹਨੂੰ ਇੰਪਲੀਮੈਂਟ ਕਰਨ ਲਈ ਅੱਜ ਕੋਰ ਕਮੇਟੀ ਵਿੱਚ ਫੈਸਲਾ ਕੀਤਾ। ਮੈਂ ਸਮਝਦਾ ਇਹ ਵਰਕਰਾਂ ਦਾ ਸਤਿਕਾਰ ਹੈ। ਇਹ ਸ਼੍ਰੋਮਣੀ ਅਕਾਲੀ ਦਲ ਦੇ ਕੈਡਰ ਦਾ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦਾ, ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੀ ਸੰਗਤ ਦਾ ਬਹੁਤ ਵੱਡਾ ਸਤਿਕਾਰ ਅੱਜ ਪਾਰਟੀ ਪ੍ਰਧਾਨ ਔਰ ਸਾਡੀ ਸਮੁੱਚੀ ਕੋਰ ਕਮੇਟੀ ਨੇ ਕੀਤਾ। ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ 'ਚ ਇੱਕ ਸਹੀ ਮਾਇਨਿਆਂ ਵਿੱਚ ਡੈਮੋਕ੍ਰੈਟਿਕ ਸਿਸਟਮ ਨੂੰ, ਸਹੀ ਮਾਇਨਿਆਂ ਵਿੱਚ ਥੱਲੇ ਤੋਂ ਲੈ ਕੇ ਜੋ ਵਰਕਰਾਂ ਦੀਆਂ ਭਾਵਨਾਵਾਂ ਉਹਨੂੰ ਜੋ ਚਾਹੇ ਲੀਡਰਸ਼ਿਪ ਨਾਲ ਸੰਬੰਧਿਤ ਸੀ, ਉਹ ਚਾਹੇ ਉਹ ਪਾਰਟੀ ਦੇ ਕਿਸੇ ਸਾਡੀਆਂ ਗਲਤੀਆਂ ਸੀ, ਚਾਹੇ ਸਾਡੇ ਚੰਗੇ ਪੱਖ ਸੀ ਜਿਨ੍ਹਾਂ ਨੂੰ ਅਸੀਂ ਉਜਾਗਰ ਨਹੀਂ ਕਰ ਸਕੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਪਾਰਟੀ ਨੇ ਖੁੱਲ੍ਹੇ ਮਨ ਨਾਲ ਮੰਨਿਆ। ਸੋ ਮੈਂ ਸਮਝਦਾ ਇਸ ਗੱਲ ਦੀ ਵਧਾਈ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਸਹੀ ਮਾਇਨਿਆਂ ਵਿੱਚ ਡੈਮੋਕ੍ਰੈਟਿਕ ਸਿਸਟਮ ਨੂੰ ਪਾਰਟੀ ਨੇ ਲਾਗੂ ਕੀਤਾ ਔਰ ਆਉਣ ਵਾਲੇ ਸਮੇਂ 'ਚ, ਸੋ ਮੇਰੀ ਅਥਾਰਟੀ ਤਾਂ ਨਹੀਂ ਹੈ, ਖੈਰ ਸਾਡਾ ਕੰਮ ਤਾਂ ਰਿਪੋਰਟ ਪੇਸ਼ ਕਰਨਾ, ਥੱਲਿਓਂ ਫੀਡਬੈਕ ਲਿਆ ਕੇ ਲਿਆਉਣਾ ਔਰ ਕੋਰ ਕਮੇਟੀ 'ਚ ਉਹਨੂੰ ਰੱਖਣਾ ਹੀ ਸੀ। ਪਰ ਜੋ ਅੱਜ ਕੋਰ ਕਮੇਟੀ ਵਿੱਚ ਬਹਿ ਕੇ ਸਾਨੂੰ ਇਸ ਗੱਲ ਦੀ ਤਸੱਲੀ ਜ਼ਰੂਰ ਹੋਈ ਹੈ ਕਿ ਪਾਰਟੀ ਕਿੰਨੀ ਸੰਜੀਦਗੀ ਨਾਲ ਵਰਕਰਾਂ ਦੀਆਂ ਭਾਵਨਾਵਾਂ ਨੂੰ ਮੰਨਣ ਜਾ ਰਹੀ ਹੈ, ਵਰਕਰਾਂ ਦੀ ਭਾਵਨਾਵਾਂ ਦੀ ਕਦਰ ਕੀਤੀ ਹੈ। ਔਰ ਮੈਂ ਦੂਸਰੀ ਇਹ ਵੀ ਬੇਨਤੀ ਕਰਨੀ ਚਾਹੁੰਦਾ, ਵੱਖ-ਵੱਖ ਕਿਸਮ ਦੀਆਂ ਗੱਲਾਂ ਜਿਸ ਦਿਨ ਤੋਂ ਅਸੀਂ ਰਿਪੋਰਟ ਪੇਸ਼ ਕੀਤੀ ਹੈ, ਬਹੁਤ ਕਿਸਮ ਦੀਆਂ ਚਰਚਾਵਾਂ ਚੱਲੀਆਂ, ਛਿੜੀਆਂ ਔਰ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਜਨਤਕ ਤਾਂ ਹਲੇ ਨਹੀਂ ਕਰ ਸਕਦੇ ਕਿਉਂਕਿ ਫੈਸਲਾ ਹੋਇਆ ਕੋਰ ਕਮੇਟੀ 'ਚ ਕਿ 1-2 ਮੀਟਿੰਗਾਂ ਹੋਰ ਕਰਕੇ ਇਹਨੂੰ ਸਹੀ ਮਾਇਨਿਆਂ ਵਿੱਚ ਅਸੀਂ ਲਾਗੂ ਆ ਜਿਹੜਾ ਕਰਨ ਜਾ ਰਹੇ ਹਾਂ। ਔਰ ਇਸ ਗੱਲ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਰਿਪੋਰਟ ਪੂਰਨ ਰੂਪ ਵਿੱਚ ਲਾਗੂ ਹੋਣ ਜਾਊਗੀ। ਇਸ ਗੱਲ ਦਾ ਸਾਨੂੰ ਪੂਰੀ ਤਸੱਲੀ ਹੈ ਜਿਸ ਤਰ੍ਹਾਂ ਸਾਨੂੰ ਕੋਰ ਕਮੇਟੀ ਨੇ ਵਿਸ਼ਵਾਸ ਦਿਵਾਇਆ। ਇੱਕ ਮੈਂ ਬੇਨਤੀ ਹੋਰ ਕਰਨੀ ਚਾਹੁੰਦਾ ਕਿ ਪਾਰਟੀ ਲੀਡਰਸ਼ਿਪ ਨੂੰ ਮਾਰਨ ਲਈ ਸ਼੍ਰੋਮਣੀ ਉਹ ਪਾਰਟੀ ਜਿਹੜੀ ਪੰਜਾਬ ਲਈ ਲੜਦੀ ਹੈ, ਪੰਜਾਬ ਦੇ ਹੱਕਾਂ ਲਈ ਲੜਾਈ ਲੜਦੀ ਹੈ, ਉਹਨੂੰ ਮਾਰਨ ਲਈ ਬਹੁਤ ਵੱਡੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ। ਅੱਜ ਉਹ ਲੋਕ ਜਿਹੜੇ ਜਿਨ੍ਹਾਂ ਨੇ ਚਾਹੇ ਦਿੱਲੀ 'ਚ ਚਾਹੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਬੀਜੇਪੀ ਦਾ ਵਿੰਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਟੇਢੇ ਢੰਗ ਨਾਲ ਨਹੀਂ ਸਿੱਧੇ ਢੰਗ ਨਾਲ ਹੀ ਬੀਜੇਪੀ ਨੂੰ ਸਮਰਪਿਤ। ਨੌ ਅਕਾਲੀ ਦਲ ਦਾ ਏਜੰਡਾ ਬੀਜੇਪੀ ਦਾ ਔਰ ਆਰਐਸਐਸ ਦਾ ਲਾਗੂ ਕੀਤਾ ਜਾ ਰਿਹਾ। ਉਹ ਲੋਕ ਅੱਜ ਪੰਥਕ ਏਕਤਾ ਦਾ ਵਾਸਤਾ ਵੀ ਪਾਉਂਦੇ ਨੇ। ਗੱਲ ਕੀ ਹੈ ਕਿ ਅਕਾਲੀ ਦਲ ਦੀ ਸਥਾਪਿਤ ਲੀਡਰਸ਼ਿਪ ਨੂੰ ਪਾਸੇ ਕਰ ਦਿਓ ਔਰ ਇਸ ਦੇ ਨਾਲ ਨਾਲ ਆਪਾਂ ਪੰਥਕ ਏਕਤਾ ਬੀਜੇਪੀ ਦੇ ਮਖੌਟੇ ਥੱਲੇ ਇਕੱਠੀ ਕਰ ਲਈਏ ਜਿਹਦੀ ਅਗਵਾਈ ਟੇਢੇ ਰੂਪ ਵਿੱਚ ਬੀਜੇਪੀ ਕਰੇ। ਇਹ ਨਾ ਕਦੇ ਪੰਜਾਬ ਨੂੰ ਪ੍ਰਵਾਨ ਹੋਇਆ, ਨਾ ਕਦੇ ਸਿੱਖ ਕੌਮ ਨੂੰ ਪ੍ਰਵਾਨ ਹੋਇਆ। ਮੈਂ ਆਪਣੇ ਵੱਲੋਂ, ਸਾਡੀ ਸਾਰੀ ਲੀਡਰਸ਼ਿਪ ਵੱਲੋਂ ਇੱਕ ਸੁਨੇਹਾ ਪੰਜਾਬ ਦੀ ਜਨਤਾ ਨੂੰ ਵੀ ਦੇਣਾ ਚਾਹੁੰਦਾ ਕਿ ਵੀਰੋ ਬੜਾ ਨਾਜ਼ੁਕ ਸਮਾਂ, ਸੁਚੇਤ ਹੋਣ ਦੀ ਲੋੜ ਹੈ। ਅੱਜ ਪੰਜਾਬ ਔਰ ਪੰਥ ਵਿਰੋਧੀ ਤਾਕਤਾਂ ਬਹੁਤ ਵੱਡੀਆਂ ਸਾਜ਼ਿਸ਼ਾਂ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਹੋਣ ਨੂੰ ਫਿਰਦੀਆਂ ਨੇ। ਜਿਸ ਤਰ੍ਹਾਂ ਆਪਾਂ ਕਹਿਣਾ ਕਿ ਲਮਹੋਂ ਨੇ ਖਤਾ ਕੀ, ਸਦੀਆਂ ਨੇ ਸਜ਼ਾ ਪਾਈ। ਇਹ ਬਹੁਤ ਮਾੜਾ ਦੌਰ ਹੈ ਪੰਜਾਬ ਲਈ। ਇਹ ਪੰਜਾਬ ਦੀ ਸਿੱਖ ਸੰਗਤ
ਔਰ ਪੰਜਾਬ ਦੇ ਲੋਕਾਂ ਨੂੰ ਸੋਚਣ ਔਰ ਵਿਚਾਰਨ ਦੀ ਲੋੜ ਹੈ। ਜੇ ਅਕਾਲੀ ਦਲ ਖਤਮ ਹੋ ਗਿਆ, ਪੰਜਾਬ ਦੀ ਆਵਾਜ਼ ਖਤਮ ਹੋ ਜੂ। ਪੰਜਾਬ ਦੀ ਕੋਈ ਗੱਲ ਕਰਨ ਵਾਲਾ ਰਹਿਣਾ ਨਹੀਂ। ਅੱਜ ਕਿਉਂ ਨਹੀਂ ਗੱਲ ਹੁੰਦੀ ਪੰਜਾਬ ਦੀ? ਕੀ ਅੱਜ ਬੰਦੀ ਸਿੰਘਾਂ ਦਾ ਮਸਲਾ ਹੈ, ਕੀ ਸ਼ਰੇਆਮ ਕੋਈ ਕਹਿ ਸਕਦਾ ਵੀ ਉਹਨਾਂ ਨੂੰ ਰਿਹਾ ਕਰੋ? ਕਿਹੜੀ ਪਾਰਟੀ ਕਹਿੰਦੀ ਹੈ ਇਕੱਲੇ ਅਕਾਲੀ ਦਲ ਤੋਂ ਬਿਨਾਂ? ਸੋ ਇਸ ਕਰਕੇ ਵੀਰੋ, ਇਹ ਜਿਹੜੀਆਂ ਪੰਥਕ ਗੱਲਾਂ ਨੇ, ਪੰਜਾਬ ਦੀਆਂ ਗੱਲਾਂ ਨੇ, ਸਿਰਫ ਤੇ ਸਿਰਫ ਅਕਾਲੀ ਦਲ ਨੇ ਕਰਨੀਆਂ ਨੇ। ਸਾਡੇ ਪ੍ਰਧਾਨ ਸਾਹਿਬ ਸਾਡੀ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਲਈ ਵੱਡੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ। ਸਾਰੀ ਸਿੱਖ ਕੌਮ ਨੂੰ ਹੱਥ ਬੰਨ੍ਹ ਕੇ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ, ਉਹਨਾਂ ਸਾਜ਼ਿਸ਼ਾਂ ਦਾ ਹਿੱਸਾ ਨਾ ਬਣੋ। ਉਹ ਲੋਕ ਸਾਨੂੰ ਬੀਜੇਪੀ ਦੀ ਔਰ ਆਰਐਸਐਸ ਦੀ ਝੋਲੀ ਪਾਉਣਾ ਚਾਹੁੰਦੇ ਆ ਜੀ, ਤੋਂ ਸਾਨੂੰ ਬਚਣ ਦੀ ਲੋੜ ਹੈ। ਮੈਂ ਇੰਨੀਆਂ ਕੁ ਬੇਨਤੀਆਂ ਕਰਨੀਆਂ ਚਾਹੁੰਦਾ। ਜੇ ਕਿਸੇ ਨੇ ਕੋਈ ਬਤੌਰ ਮੈਂ ਪ੍ਰਧਾਨ ਸੇਵਾ ਨਿਭਾਈ ਹੈ, ਕੋਈ ਸਵਾਲ ਪੁੱਛਣਾ ਚਾਹੁੰਦਾ ਤਾਂ ਮੈਂ ਜਵਾਬ ਦੇ। 100 ਹਲਕਿਆਂ 'ਚ ਤੁਸੀਂ ਕਹਿ ਰਹੇ ਹੋ ਗਏ ਹੋ, ਕੀ ਲੋਕਾਂ ਤੋਂ ਫੀਡਬੈਕ ਕੀ ਮਿਲੀ ਹੈ ਪਾਰਟੀ ਨੂੰ ਲੈ ਕੇ? ਜੋ ਪਾਰਟੀ 'ਚੋਂ ਫੀਡਬੈਕ ਮਿਲੀ ਹੈ, ਉਹ ਸਾਰੀ ਫੀਡਬੈਕ ਹੂਬ ਟੂ ਹੂਬ, ਅਸੀਂ ਕੋਈ ਚੀਜ਼ ਲਕੋਈ ਨਹੀਂ ਹੈ। ਜਿਹੜੀਆਂ ਚੀਜ਼ਾਂ ਲੀਡਰਸ਼ਿਪ ਦੇ ਉਲਟ ਜਾਂਦੀਆਂ ਸੀ ਉਹ ਵੀ ਲਿਖੀਆਂ, ਜਿਹੜੀਆਂ ਹੱਕ 'ਚ ਚੀਜ਼ਾਂ ਨੂੰ ਅਸੀਂ ਪ੍ਰਚਾਰ ਨਹੀਂ ਕਰ ਸਕੇ ਉਹ ਵੀ ਲਿਖੀਆਂ, ਜਿਹੜੀਆਂ ਸਾਜ਼ਿਸ਼ਾਂ ਕਰਨ ਨਾਲ ਸਾਨੂੰ ਕਮਜ਼ੋਰ ਕੀਤਾ ਜਾ ਰਿਹਾ ਉਹ ਵੀ ਲਿਖੀਆਂ, ਜਿਹੜੇ ਧਾਰਮਿਕ ਮੁੱਦੇ ਸਾਨੂੰ ਬਦਨਾਮ ਕਰਨ ਲਈ ਜਾਂ ਜਿੱਥੇ ਕਿਤੇ ਸਾਤੋਂ ਗਲਤੀਆਂ ਹੋਈਆਂ ਉਹ ਵੀ ਲਿਖੀਆਂ ਸੀ। ਹਰ ਚੀਜ਼ ਇਸ ਰਿਪੋਰਟ ਵਿੱਚ ਵਰਣਨ ਕੀਤੀ ਹੈ ਔਰ ਪਾਰਟੀ ਨੇ ਬੜੇ ਖੁੱਲ੍ਹੇ ਮਨ ਨਾਲ ਮੰਨੀ ਹੈ। ਪਰ ਉਹ ਅਸੀਂ ਜਨਤਕ ਹਲੇ 1-2 ਮੀਟਿੰਗਾਂ ਤੋਂ ਬਾਅਦ ਇਹ ਰਿਪੋਰਟ ਆ ਜਿਹੜੀ ਜਨਤਕ ਹੋਊਗੀ। ਸੋ ਅਸੀਂ ਇਹਨਾਂ ਕੀ ਕਹਿਣਾ ਚਾਹੁੰਦੇ? ਪਾਰਟੀ ਦੀ ਅਗਵਾਈ ਬਦਲਣ ਦੀ ਸਿਫਾਰਿਸ਼ ਸੀਗੀ ਕਿ ਉਹ ਸਾਰੀਆਂ ਗੱਲਾਂ ਦੇ ਵਿੱਚ ਨੇ ਜੀ, ਉਹ ਭੁੰਦਰ ਸਾਹਿਬ ਨੇ ਸਾਰਾ ਦੱਸਤਾ। ਉਸ ਤੋਂ ਬਾਅਦ ਅਸੀਂ ਡਿਸਕਸ ਕਰ ਲਾਂਗੇ। ਮੈਂ ਬਲਟੋਆ ਸਾਹਿਬ ਜੇ ਕੋਈ ਗੱਲ ਕਰਨੀ ਚਾਹੁੰਦੇ ਕਰਨ। ਇਸ ਦਾ ਜਵਾਬ ਮੈਂ ਦਿੰਦਾ। ਇਹ ਸਾਰੀ ਰਿਪੋਰਟ ਕਿਉਂਕਿ ਮੈਨੂੰ ਇਹਨਾਂ ਨੇ ਪੇਸ਼ ਕੀਤੀ, ਜਦੋਂ ਪੇਸ਼ ਕੀਤੀ ਉਦੋਂ ਵੀ ਡਿਸਕਸ ਹੋਈ, ਫਿਰ ਅਸੀਂ ਇਹਦਾ ਅੱਖਰ ਬਹਿ ਕੇ ਡਿਸਕਸ ਕੀਤਾ ਆਪਸ ਵਿੱਚ। ਉਹਦੇ 'ਚ ਕਿਤੇ ਵੀ ਇਹ ਲਫ਼ਜ਼ ਨਹੀਂ ਕਿ ਪਾਰਟੀ ਪ੍ਰਧਾਨ ਨੂੰ ਬਦਲਿਆ ਜਾਵੇ, ਕਿਤੇ ਵੀ ਇਹ ਲਫ਼ਜ਼ ਨਹੀਂ। ਆਪਣੇ ਵੱਲੋਂ ਕਿਤੇ ਕੋਈ ਕਹੀ ਜਾਵੇ, ਜ਼ਬਾਨੀ ਕੋਈ ਕਹੀ ਜਾਵੇ। ਇਸੇ ਕਰਕੇ ਮੈਂ ਥੋੜ੍ਹਾ ਤਾਂ ਰੱਖਿਆ, ਇਹ ਗੈਰ ਫੀਲਡ 'ਚ ਵੀ ਇਹਨਾਂ ਦੀ ਗੱਲ ਹੈ ਜਿਹੜੀ ਜ਼ਿਆਦਾ ਅਥੈਂਟਿਕ ਹੈ, ਅਤੇ ਇਹਨਾਂ ਨੇ ਤੁਹਾਨੂੰ ਆਪਣੀ ਜ਼ਬਾਨ ਨਾਲ ਸਾਰਾ ਦੱਸਤਾ ਹੈ। ਬਾਕੀ ਆ ਅਸੀਂ ਜਿਹੜੇ ਬੈਠੇ ਹਾਂ ਇਕੱਠੇ, ਇਹਦਾ ਮਤਲਬ ਕੀ ਹੈ? ਬੋਲ ਤਾਂ ਸਾਰੇ, ਇਹਦਾ ਮਤਲਬ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਅਸੀਂ ਜ਼ਬਾਨੀ ਨਹੀਂ ਕਹਿੰਦੇ, ਅਸੀਂ ਦਿਲੋਂ ਇੱਕ ਜਿੰਦ ਜਾਨ ਆ। ਸਾਡੇ ਵਾਸਤੇ ਪਾਰਟੀ ਜ਼ਿੰਦਗੀ ਮੌਤ ਹੈ। ਅੱਜ ਪਾਰਟੀ ਤੇ ਜਦੋਂ ਤਾਂ ਚੰਗਾ ਸਮਾਂ ਉਹ ਤਾਂ ਚੌਧਰਾਂ ਨੇ, ਜੇ ਮਾੜਾ ਜਿਹਾ ਕਸ਼ਟ ਆ ਜਾਏ, ਜਿਹੜਾ ਕਿ ਜ਼ਿੰਦਗੀ ਦਾ ਹਰ ਇੱਕ ਦਾ ਹਿੱਸਾ ਹੈ, ਆਪਣੀ ਜ਼ਿੰਦਗੀ ਹੈ। ਕਿਹੜਾ ਪਰਿਵਾਰ ਹੈ ਕਿਤੇ ਉਹ ਕੌਣ ਬੰਦਾ ਜਿਹੜਾ ਕਦੇ ਬਿਮਾਰ ਨਹੀਂ ਹੁੰਦਾ ਤੇ ਤੰਦਰੁਸਤ ਨਹੀਂ ਹੁੰਦਾ? ਇਸ ਕਰਕੇ ਇਹ ਕਮੀਆਂ ਪੇਸ਼ੀਆਂ ਹਰ ਥਾਂ ਹੁੰਦੀਆਂ ਨੇ, ਇਹ ਕੋਈ ਖਾਸ ਗੱਲ ਨਹੀਂ। ਲੇਕਿਨ ਅੱਜ ਅਸੀਂ ਚਟਾਨ ਦੀ ਤਰ੍ਹਾਂ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ, ਪੰਜਾਬ ਤੇ ਸਿੱਖ ਕੌਮ ਦੀ ਦੁਨੀਆ ਜਿੱਥੇ ਕਿਤੇ ਉਹਦੀ ਸੇਵਾ ਵਾਸਤੇ ਅਸੀਂ ਚਟਾਨ ਦੀ ਤਰ੍ਹਾਂ ਕਾਇਮ ਆ ਕਿ ਸਾਨੂੰ ਕੋਈ ਵੀ ਆਪਣੇ ਸਰੀਰ ਦੀ ਜਿੰਨੀ ਗੁਰੂ ਨੇ ਸ਼ਕਤੀ ਦਿੱਤੀ ਹੈ ਕੁਰਬਾਨੀ ਦੇਣੀ ਪਏ। ਅਸੀਂ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਇੱਕ ਦਿਲ ਇੱਕ ਜਾਨ ਹੋ ਕੇ ਕੰਮ ਕਰਾਂਗੇ। ਸੁੰਦਰ ਸਾਹਿਬ, ਕਦੋਂ ਤੱਕ ਜਨਤਕ ਕਰ ਦੋਗੇ ਤੁਸੀਂ? ਜਿਹੜਾ ਇਹ ਰਿਪੋਰਟ ਹੈ ਜਨਤਕ ਕਦੋਂ ਤੱਕ ਕਰੋ? ਥੋੜ੍ਹੇ ਦਿਨਾਂ 'ਚ ਹੀ ਕਰ ਦਿਆਂਗੇ, ਕਿਉਂਕਿ ਅੱਜ ਜਨਤਕ ਕਰੀਏ ਤਾਂ ਫਿਰ ਉਹਦਾ ਵਿਚਾਰ ਵਟਾਂਦਰੇ ਦੀ ਵੈਲਿਊ ਕੋਈ ਨਹੀਂ। ਇਸ ਤੋਂ ਬਾਅਦ ਇਸੇ ਕਰਕੇ ਅਸੀਂ ਯੂਨੈਨੀ ਮਸਲੇ 'ਚ ਕਹਿ ਤਾ ਕਿ ਪ੍ਰਧਾਨ ਜੀ ਤੇ ਅਗਲੀ ਹੋਰ ਵਿਚਾਰ ਕਰੋ, ਕਿਹਨਾਂ ਨੂੰ ਸੱਦਣਾ ਹੈ, ਕਿਹਨਾਂ ਦੀ ਰਾਏ ਲੈਣੀ ਹੈ, ਇਹ ਤੁਹਾਡਾ ਪ੍ਰੀਵਿਊ ਹੈ। ਅਸੀਂ ਸਾਥੋਂ ਹੋਰ ਰਾਏ ਲਵਾਂਗੇ, ਅਸੀਂ ਵੀ ਹੋਰ ਦੇਵਾਂਗੇ, ਅੱਜ ਵੀ ਦਿੱਤੀ ਹੈ। ਉਹੀ ਸਾਰੇ ਜੋ ਇੰਟੈਲੀਜੈਂਸੀ ਹੈ ਜਾਂ ਕੋਈ ਸਿੱਖ ਵਿਦਵਾਨ ਹੈ ਜਾਂ ਕੋਈ ਸਿੱਖ ਵਿਦਵਾਨ ਤੋਂ ਬਗੈਰ ਵੀ ਰਾਏ ਦੇ ਸਕਦਾ। ਪੰਜਾਬ ਪੱਖੀ ਲੋਕ, ਦੇਸ਼ ਪੱਖੀ ਕਿਤਨੇ ਸਿਆਣੇ ਲੋਕ ਹੈਗੇ, ਸੋ ਤਾਂ ਕਿ ਉਹਨਾਂ ਨੂੰ ਖੁੱਲ੍ਹਾ ਹਰ ਇੱਕ ਦੀ ਰਾਏ ਲੈ ਕੇ ਠੀਕ ਵਿਚਾਰ ਕਰਾਂਗੇ। ਇਹ ਤਾਂ ਅਸੀਂ ਮੰਨ ਲਿਆ ਕਿ ਜੋ ਰਿਪੋਰਟ ਆਈ ਹੈ ਬਹੁਤ ਅੱਛੀ ਹੈ। ਇੱਕ ਲਫ਼ਜ਼ ਨਾਲ ਹੀ ਤੁਹਾਡਾ ਸਾਰਾ ਮਸਲਾ ਹੱਲ। ਜਿਹੜੀ ਰਿਪੋਰਟ ਆਈ ਉਹਦੇ ਸਰ ਉਹਦੇ ਚੋਂ ਪੁਆਇੰਟ ਕੈਸਾ ਹੈਗਾ ਕਿ ਵੀ ਜਿਹੜਾ ਐਡਾ ਵੱਡਾ ਅਕਾਲੀ ਦਲ ਟੀਮ ਨੇ ਕਰਿਆ ਦੋ ਵਾਰੀ, ਅੱਜ ਇਹ ਹਾਲਤ ਹੋ ਗਈ, ਉਹਦਾ ਇੱਕ ਅੱਧਾ ਪੁਆਇੰਟ ਕੁਝ ਹੈ ਐਸਾ ਵੀ ਦੱਸਣਾ ਚਾਹੋਗੇ ਇਸ ਕਾਰਨ ਅਕਾਲੀ ਦਲ? ਨਹੀਂ, ਅੱਜ ਅਸੀਂ ਕੋਈ ਪੁਆਇੰਟ ਦੱਸਦੇ ਹਾਂ ਤਾਂ ਉਸ ਦਾ ਮਤਲਬ ਹੀ ਖਤਮ ਹੋ ਜਾਂਦਾ ਹੈ। ਉਹ ਤਾਂ ਦੇਖੋ ਜੋ ਪਾਰਟੀ ਦਾ ਡਿਸਪਲਿਨ ਹੈ, ਜੋ ਪਾਰਟੀ ਦਾ ਸਿਸਟਮ ਹੈ, ਫਿਰ ਤਾਂ ਜੋ ਅਸੀਂ ਬੋਲੀ ਜਾਂਦੇ ਅਸੀਂ ਖੁਦ ਕੰਟਰਾਡਿਕਟ ਕਰੀ ਜਾਂਦੇ। ਇਸ ਕਰਕੇ ਮੇਰੀ ਪਿਆਰ ਨਾਲ ਬੇਨਤੀ ਹੈ ਕਿ ਤੁਸੀਂ ਸਾਡੀ ਭਾਵਨਾ ਨੂੰ ਪਹਿਲਾਂ ਤਾਂ ਇੱਥੋਂ ਬੈਠਿਆਂ ਨੂੰ ਹੀ ਸਮਝ ਲਓ। ਇਹ ਸਾਡੀ ਭਾਵਨਾ ਹੈ ਕਿ ਅਸੀਂ ਕਿਵੇਂ, ਮੈਂ ਬੇਨਤੀ ਕੀਤੀ ਕਿ ਨਹੀਂ ਮੈਂ ਇਕੱਲਾ ਹੀ ਬੈਠ ਸਕਦਾ, ਅਸੀਂ ਤਿੰਨ ਵੀ ਬੈਠ ਸਕਦੇ, ਨਹੀਂ ਆਪਾਂ ਸਾਰੇ ਦੇਖੋ ਕਿੱਡੇ ਪੁਰਾਣੇ ਨੇ। ਸਪੀਕਰ ਸਾਹਿਬ ਬਰਮਪੁਰਾ ਸਾਹਿਬ ਸ਼ਾਇਦ ਥੱਕ ਕੇ ਉੱਠ ਕੇ ਬਾਗੇ, ਮੈਂ ਤਾਂ ਉਹਨੂੰ ਵੀ ਜਾਣਦਾ ਹੂੰ ਕੈਸੋ ਕਹਿੰਦਾ ਮੈਂ ਯਾਰ ਥੱਕ ਗਿਆ। ਫਿਰ ਜਿੰਨੇ ਬੈਠੇ ਦੇਖੋ ਸਜਗਮੀਤ ਸੋ ਕਿੰਨੇ ਸਿਆਣੇ ਕਿੰਨੇ ਸਮਝਦਾਰ ਹੈ। ਇਹ ਤਾਂ ਕਮੇਟੀ ਵਾਲੇ ਇੱਧਰ ਬੀਬਾ ਜੀ ਕਿੰਨੇ ਪੁਰਾਣੇ ਕਹਾਂ ਬੈਠੇ ਸਾਰੇ। ਦੇਖੋ ਚੀਮਾ ਸਾਹਿਬ ਹੈ ਸਾਡੇ ਰੋਜ਼ ਦੇ ਜਿਹੜੇ ਸਪੋਕਸਮੈਨ ਹੈ, ਜਨਰਲ ਸਕੱਤਰ ਹੈ, ਅਤੇ ਆਪਣਾ ਗਾਬੜੀਆ ਸਾਹਿਬ, ਸਾਰਿਆਂ ਦਾ ਬੈਠਣ ਦਾ ਭਾਵ ਕੀ ਸੀ ਕਿ ਸਾਡੀ ਪਤਾ ਲੱਗੇ ਕਿ ਅਸੀਂ ਮੈਂ ਹੀ ਨਹੀਂ ਕਹਿ ਰਿਹਾ ਕਿ ਯੂਨੈਨਿਮਿਟੀ ਲੋਕਾਂ ਨੂੰ ਦਿਸੇ ਵੀ ਕਿ ਹਾਂ ਵਾਕਿਆ ਠੀਕ ਹੈ।
ਪਾਰਟੀ ਵਾਸਤੇ ਕੰਮ ਕਰਨਾ, ਇੱਕ ਦਿਲ ਇੱਕ ਜਾਨ। ਮਨਪ੍ਰੀਤ ਇਆਲੀ ਨੇ ਜੋ ਸਵਾਲ ਉਠਾਏ ਉਹਨਾਂ ਨੇ ਰਾਸ਼ਟਰਪਤੀ ਲਈ ਵੋਟ ਤੱਕ ਨਹੀਂ ਕੀਤਾ। ਸੁਣੋ, ਇਹਦਾ ਵੀ ਮੈਂ ਜਵਾਬ ਦਿੰਦਾ। ਹਰ ਗੱਲ ਦਾ ਕੋਈ ਅਸੀਂ ਕਿਤੇ ਲੁਕਾਉਂਦੇ ਨਹੀਂ। ਮੈਂ ਪੁੱਛਦਾ ਕਿ ਕੀ ਬਾਈਕਾਟ ਕਰਨਾ ਜਾਇਜ਼ ਸੀ ਜਾਂ ਵੋਟ ਪਾਉਣੀ ਜਾਇਜ਼ ਸੀ? ਅੱਜ ਤੱਕ ਬਾਈਕਾਟ ਨੂੰ ਨਹੀਂ ਦਿਆ ਗਿਆ, ਨੰਬਰ 1। ਨੰਬਰ 2, ਸਭ ਤੋਂ ਸਖਤ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਹੈ, ਉਹ ਵੋਟ ਪਾ ਕੇ ਆਏ ਹੈ। ਮੈਂ ਨਹੀਂ ਕਹਿੰਦਾ ਕਿਹਨੂੰ ਪਾਈ ਹੈ। ਇੱਕ ਪਾਸੇ ਕਾਂਗਰਸ ਹੈ, ਉਦੋਂ ਵੱਡੀ ਬੁਰਾਈ ਹੈ ਜਿਹਨੇ ਬਲੂ ਸਟਾਰ ਕੀਤਾ ਹੈ, ਜਿਹਨੇ ਸਾਰੇ ਅੱਜ ਤੱਕ ਅਸੀਂ 50 ਸਾਲ ਦੇ ਲੜਦੇ ਹਾਂ। ਇੱਕ ਪਾਸੇ ਬੀਜੇਪੀ ਹੈ ਜਿਹਨੂੰ ਮਾੜੀ ਕਹਿੰਦੇ ਨੇ। ਫਿਰ ਦੱਸੋ, ਉਹਨਾਂ ਨੇ ਤਾਂ ਬਾਈਕਾਟ ਕੀਤਾ ਨਹੀਂ। ਇਸ ਕਰਕੇ ਮੈਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ, ਉਹਨਾਂ ਦੀ ਸੋਚ ਹੈ। ਸਾਡਾ ਇੱਕ ਛੋਟਾ ਭਰਾ ਹੈ, ਬੱਚਾ ਹੈ, ਕਾਬਲ ਹੈ, ਅਸੀਂ ਉਹਦੀ ਇੱਜ਼ਤ ਕਰਦੇ ਹਾਂ। ਜੇ ਉਹਨੇ ਕਹੇ ਤਾਂ ਕੋਈ ਗੱਲ ਨਹੀਂ, ਕਈ ਵਾਰੀ ਪਤਾ ਨਹੀਂ ਕਿਸ ਹਾਲਾਤ 'ਚ ਇੱਕ ਮਿੰਟ ਜੇ ਮੈਂ ਕਲੀਅਰ ਕਰ ਹਾਏ ਉਹਨਾਂ ਦੀ ਇੰਡੀਵਿਜੂਅਲ ਰਾਏ, ਭੁੰਦਰ ਸਾਹਿਬ, ਹਾਏ ਉਹਨਾਂ ਦੀ ਇੰਡੀਵਿਜੂਅਲ ਰਾਏ। ਭੁੰਦਰ ਸਾਹਿਬ, ਸਭ ਤੋਂ ਪਹਿਲਾਂ ਤੇ ਜਿਹੜਾ ਤੁਸੀਂ ਇਹ ਆਲੀ ਸਾਹਿਬ ਬਾਰੇ ਸਵਾਲ ਕੀਤਾ ਹੈ, ਆ ਜਿਹੜੀ ਰਿਪੋਰਟ ਪੇਸ਼ ਕੀਤੀ ਹੈ ਕਮੇਟੀ ਨੇ, ਉਹ 13 ਮੈਂਬਰੀ ਸੀ, ਉਹਦੇ ਵਿੱਚ ਇਹ ਆਲੀ ਸਾਹਿਬ ਵੀ ਮੈਂਬਰ ਸੀ। ਉਹਨਾਂ ਨੇ ਵੀ ਇਹਦੇ ਉੱਤੇ ਕੱਲੇ ਅੱਖਰ ਤੇ, ਇਕੱਲੇ ਨੁਕਤੇ ਤੇ ਨਹੀਂ ਮੈਂ ਕਹਿੰਦਾ, ਇਕੱਲੇ ਪੁਆਇੰਟ ਤੇ ਨਹੀਂ, ਕੱਲੀ ਕਿਸੇ ਲਾਈਨ ਤੇ ਨਹੀਂ, ਕੱਲੇ ਸ਼ਬਦ ਦੇ ਉੱਤੇ ਉਹਨਾਂ ਨੇ ਆਪਣੀ ਸਹਿਮਤੀ ਪ੍ਰਗਟਾਈ ਹੈ ਔਰ ਇਹ ਸਰਬਸੰਮਤੀ ਦੇ ਨਾਲ ਰਿਪੋਰਟ ਪੇਸ਼ ਹੋਈ ਹੈ। ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ, ਝੁੰਦਾ ਸਾਹਿਬ, ਮੈਂ ਜਾਂ ਜਿਹੜੇ ਬਾਕੀ ਇਸ ਕਮੇਟੀ ਦੇ ਮੈਂਬਰ ਸਾਹਿਬਾਨ ਹੈ, ਕਿ ਅਸੀਂ ਜੋ ਵਰਕਰਾਂ ਦੀਆਂ ਭਾਵਨਾਵਾਂ ਸੀ ਉਹਨਾਂ ਦੀ ਸਹੀ ਤਰਜਮਾਨੀ ਕਰਦਿਆਂ ਹੋਇਆਂ ਜੋ ਅਸੀਂ ਸ਼ਬਦੀ ਰੂਪ ਦਿੱਤਾ ਆ, ਉਹਨੂੰ ਅੱਜ ਜਿਹੜੀ ਕੋਰ ਕਮੇਟੀ ਹੈ ਉਹਨੇ ਪ੍ਰਵਾਨ ਕੀਤਾ ਹੈ। ਔਰ ਜਿਸ ਤਰ੍ਹਾਂ ਝੁੰਦਾ ਸਾਹਿਬ ਨੇ ਵੀ ਜ਼ਿਕਰ ਕੀਤਾ ਆ ਕਿ ਜਿੱਥੇ ਵਰਕਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਸਮੇਂ ਹੋਏ ਕੰਮਾਂ ਦੀ ਸ਼ਲਾਘਾ ਕੀਤੀ ਗਈ, ਨਾਲ ਹੀ ਭਾਵੇਂ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਸਹੀ ਤੌਰ ਤੇ ਪੰਜਾਬ ਦੇ ਲੋਕਾਂ ਕੋਲੇ ਪ੍ਰਚਾਰ ਨਹੀਂ ਕਰ ਸਕਿਆ, ਪਰ ਨਾਲ ਹੀ ਜਿਹੜੀਆਂ ਕਮੀਆਂ ਸੀਗੀਆਂ ਉਹਨਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ। ਅਸੀਂ ਕੱਲੀ ਕਮੀ ਵੀ ਜੋ ਉਹਨਾਂ ਨੇ ਸ਼ਬਦ ਬੋਲੇ ਸੀਗੇ, ਉਹ ਸ਼ਬਦ ਅਸੀਂ ਸਾਰੇ ਦੇ ਸਾਰੇ ਇਸ ਕਮੇਟੀ 'ਚ ਦਰਜ ਕੀਤੇ। ਔਰ 42 ਪੁਆਇੰਟ ਜਿਹੜੇ ਨੇ 42 ਸੁਝਾਅ ਜਿਹੜੇ ਨੇ ਪਾਰਟੀ ਨੂੰ, ਜਿਹੜੇ ਥੱਲਿਓਂ ਵਰਕਰਾਂ ਵੱਲੋਂ ਆਏ ਨੇ, ਉਹ ਅੱਜ ਅਸੀਂ ਆਪਣੀ ਰਿਪੋਰਟ ਦੇ ਵਿੱਚ ਜਿਹੜੀ ਸਮੂਹ ਮੈਂਬਰ ਸਾਹਿਬਾਨ ਨੇ ਕਈ ਨੁਕਤਿਆਂ ਦੇ ਉੱਤੇ, ਕਈ ਪੁਆਇੰਟਸ ਦੇ ਉੱਤੇ ਸਾਨੂੰ 2-2 3-3 ਮੀਟਿੰਗਾਂ ਕਰਨੀਆਂ ਪਈਆਂ ਨੇ। ਕੁਝ ਸੀਗੇ ਜਿਹੜੇ ਯਕਦਮ ਇੱਕ ਦੂਜੀ ਦੀ ਸਹਿਮਤੀ ਨਾਲ ਪਾਸ ਹੋ ਜਾਂਦੇ ਸੀ। ਇੱਕ ਵੀ ਪੁਆਇੰਟ ਜਿਹੜਾ ਆ ਆਪਸੀ ਡਿਸਕਸ਼ਨ, ਆਪਸੀ ਸਹਿਮਤੀ ਤੋਂ ਬਿਨਾ ਜਿਹੜਾ ਜਿੱਥੇ ਜਦ ਤੱਕ ਸਰਬਸੰਮਤੀ ਨਹੀਂ ਬਣ ਗਈ ਉਹਨਾਂ ਚਿਰ ਤੱਕ ਇਹਦੇ ਰਿਪੋਰਟ ਦੇ ਵਿੱਚ ਦਰਜ ਨਹੀਂ ਕੀਤਾ ਗਿਆ। ਔਰ ਸਰਦਾਰ ਮਨਪ੍ਰੀਤ ਸਿੰਘ ਇਆਲੀ ਜਿਹੜੇ ਬਹੁਤ ਹੀ ਸਾਡੇ ਸਤਿਕਾਰਯੋਗ ਨੇ, ਜਿਨ੍ਹਾਂ ਨੂੰ ਅੱਜ ਮਾਣ ਹਾਸਲ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਦੇ ਵਿੱਚ ਗਰੁੱਪ ਲੀਡਰ ਨੇ, ਔਰ ਜਿਨ੍ਹਾਂ ਦੇ ਕਾਬਲੀਅਤ ਤੇ ਜਿਨ੍ਹਾਂ ਦੇ ਹਰਮਨ ਪਿਆਰਤਾ ਉੱਤੇ ਸਾਨੂੰ ਵੀ ਮਾਣ ਹੈ। ਉਹਨਾਂ ਨੇ ਜੇ ਕੋਈ ਇੰਡੀਵਿਜੂਅਲ ਆਪਦੇ ਕੋਈ ਸ਼ਬਦਾਂ ਦਾ ਪ੍ਰਗਟਾਵਾ ਕੀਤਾ, ਉਹਨਾਂ ਦੀ ਭਾਵਨਾ ਹੋ ਸਕਦੀ ਹੈ, ਪਰ ਜੋ ਕਿਉਂਕਿ ਪਾਰਟੀ ਦੀ ਬਿਹਤਰੀ ਵਾਸਤੇ ਜਾਂ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਕਿਹੜੀ ਲਾਈਨ ਇਖਤਿਆਰ ਕਰਨੀ ਚਾਹੀਦੀ ਹੈ, ਕਿਹੜੀਆਂ ਕਮੀਆਂ ਸੀ ਸਾਨੂੰ ਦੂਰ ਕਰਕੇ ਚੱਲਣਾ ਚਾਹੀਦਾ ਹੈ, ਕਿਸ ਤਰ੍ਹਾਂ ਦਾ ਸਾਨੂੰ ਸਿਸਟਮ ਚਾਹੀਦਾ ਆ, ਉਹ ਸਾਰਾ ਕੁਝ ਜਿਹੜਾ ਆ ਉਹ ਸਰਦਾਰ ਮਨਪ੍ਰੀਤ ਸਿੰਘ ਇਆਲੀ ਹੋਰਾਂ ਦੀ ਰਾਏ ਦੇ ਨਾਲ ਹੀ ਅਸੀਂ ਤਿਆਰ ਕਰਕੇ ਜਿਹੜੀ ਹੈ ਇਹ ਰਿਪੋਰਟ ਪੇਸ਼ ਕੀਤੀ ਹੈ। ਔਰ ਦੂਸਰੀ ਗੱਲ ਦੇਖੋ, ਤੁਹਾਡੇ ਚੋਂ ਬਾਹਲਿਆਂ ਨੂੰ ਨਹੀਂ ਪਤਾ ਹੋਣਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਤੁਸੀਂ ਕੇਵਲ ਕਿਤਾਬਾਂ 'ਚ ਪੜ੍ਹਿਆ ਹੋਣਾ। ਜਦੋਂ ਇਤਿਹਾਸ ਪੜ੍ਹੋਗੇ, ਜੇ ਪੰਜਾਬ ਵਾਸਤੇ ਕੋਈ ਲੜਿਆ ਆ, ਖੜਿਆ ਆ, ਡਟਿਆ ਆ, ਮੋਰਚੇ ਲਾਏ ਨੇ, ਕੁਰਬਾਨੀਆਂ ਦਿੱਤੀਆਂ ਨੇ, ਸ਼ਹੀਦੀਆਂ ਦਿੱਤੀਆਂ ਨੇ, ਜੇਲ੍ਹਾਂ ਕੱਟੀਆਂ ਨੇ, ਚਾਹੇ ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਵਾਸਤੇ ਹੈ, ਪੰਜਾਬੀ ਸੂਬੇ ਵਾਸਤੇ ਹੈ। ਤਾਂ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ। ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਕਾਲੀ ਦਲ ਦੇ ਨੇਤਾਵਾਂ ਵੱਲੋਂ। ਇਕਬਾਲ ਸਿੰਘ ਝੁੰਦਾ ਕਮੇਟੀ ਦੀ ਰਿਪੋਰਟ ਸੀ ਜਿਹੜੀ ਉਸ ਦਾ ਵਾਰ-ਵਾਰ ਜ਼ਿਕਰ ਹੋਇਆ ਔਰ ਅੱਜ ਅਕਾਲੀ ਆਗੂਆਂ ਵੱਲੋਂ ਇਹ ਕਿਹਾ ਗਿਆ ਕਿ ਇਹ ਕਮੇਟੀ ਦੀ ਰਿਪੋਰਟ ਅੱਜ ਕੋਰ ਕਮੇਟੀ ਦੇ ਵਿੱਚ ਮੀਟਿੰਗ ਦੇ ਵਿੱਚ ਪੇਸ਼ ਕੀਤੀ ਗਈ ਹੈ ਔਰ ਅਗਲੇ ਦਿਨਾਂ 'ਚ ਇਸ ਤੇ ਵਿਚਾਰ ਕਰਕੇ ਇਸ ਨੂੰ ਹੂ-ਬਹੂ ਇਨ ਬਿਨ ਲਾਗੂ ਕੀਤਾ ਜਾਏਗਾ। ਜੋ ਕਮੇਟੀ ਦੀਆਂ ਸਿਫਾਰਿਸ਼ਾਂ ਨੇ ਉਸ ਤੇ ਅਕਾਲੀ ਦਲ ਦਾ ਦਾਅਵਾ ਹੈ ਕਿ ਰਿਪੋਰਟ 'ਚ ਪ੍ਰਧਾਨ ਬਦਲਣ ਦੀ ਕੋਈ ਸਿਫਾਰਿਸ਼ ਨਹੀਂ ਹੈ, ਜਿਸ ਦਾ ਜ਼ਿਕਰ ਹੋ ਰਿਹਾ ਸੀ। ਸਭ ਤੋਂ ਵੱਡਾ ਪੁਆਇੰਟ ਸੀ ਜਿਹੜਾ
ਤਾਂ ਇਹਨਾਂ ਨੇ ਕਿਹਾ ਕਿ ਇਸ ਰਿਪੋਰਟ ਦੇ ਵਿੱਚ ਪ੍ਰਧਾਨ ਬਦਲਣ ਦੀ ਕੋਈ ਸਿਫਾਰਿਸ਼ ਨਹੀਂ ਹੈ, ਪਰ ਹੋਰ ਪਾਰਟੀ ਦਾ ਢਾਂਚਾ ਤਬਦੀਲ ਕਰਨ ਨੂੰ ਲੈ ਕੇ ਜਾਂ ਹੋਰ ਕਈ ਸਾਰੇ ਫੈਸਲੇ ਲੈਣ ਨੂੰ ਲੈ ਕੇ ਸਿਫਾਰਿਸ਼ਾਂ ਨੇ। ਪਰ ਇੱਕ ਚੀਜ਼ ਸਪਸ਼ਟ ਕਰ ਦਿੱਤੀ ਹੈ ਅਕਾਲੀ ਨੇਤਾਵਾਂ ਨੇ ਕਿ ਸੁਖਬੀਰ ਸਿੰਘ ਬਾਦਲ ਹੀ ਪਾਰਟੀ ਦੇ ਪ੍ਰਧਾਨ ਬਣੇ ਰਹਿਣਗੇ। ਸੋ ਇੱਕ ਲਾਈਨ ਦੀ ਇਸ ਦੇ ਵਿੱਚ ਸਭ ਤੋਂ ਵੱਡੀ ਖਬਰ ਇਹ ਹੈ ਕਿ ਇਸ ਕਮੇਟੀ ਦੀ ਰਿਪੋਰਟ ਜਿਸ ਦਾ ਵਾਰ-ਵਾਰ ਜ਼ਿਕਰ ਹੁੰਦਾ ਸੀ, ਉਸ ਦੇ ਵਿੱਚ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਦਲਣ ਦੀ ਕੋਈ ਸਿਫਾਰਿਸ਼ ਨਹੀਂ ਹੈ। ਤੇ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇਸ ਕਮੇਟੀ ਦੀਆਂ ਸਿਫਾਰਿਸ਼ਾਂ ਤੇ ਫੈਸਲੇ ਲੈਣ ਦੇ ਸਾਰੇ ਅਧਿਕਾਰ ਵੀ ਸੁਖਬੀਰ ਬਾਦਲ ਨੂੰ ਦੇ ਦਿੱਤੇ ਗਏ ਨੇ।